ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਫਿਰ ਤੋਂ ਭਖਿਆ ਹੋਇਆ ਨਜ਼ਰ ਆ ਰਿਹਾ ਹੈ। ਅੱਜ ਪੰਜਾਬ ਦੇ ਗਵਰਨਰ ਨੂੰ ਮਿਲਣ ਦੇ ਲਈ ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਹਿਲ ਸਮੇਤ ਹੋਰ ਕੁਝ ਜਿਹੜੇ ਸਿੱਖ ਨੇ ਉਹ ਮਿਲ ਕੇ ਆਏ ਨੇ। ਗਵਰਨਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਦੁਬਾਰਾ ਤੋਂ ਇਹ ਮੰਗ ਉਠਾਈ ਗਈ ਹੈ ਕਿ ਜਿੰਨੇ ਵੀ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਸਜ਼ਾ ਜਿਹੜੀ ਹੈ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਇਮੀਡੀਏਟਲੀ ਰਿਹਾ ਕੀਤਾ ਜਾਵੇ। ਸੋ ਗਵਰਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੀ ਜਿਹੜਾ ਆਊਟਪੁੱਟ ਨਿਕਲ ਕੇ ਆਇਆ, ਅੰਦਰ ਕੀ ਗੱਲਬਾਤ ਹੋਈ ਹੈ, ਅੱਗੇ ਕੀ ਜਿਹੜੀ ਰਣਨੀਤੀ ਬਣਾਈ ਜਾਊਗੀ, ਸੋ ਉਹਦੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਾਂਗੇ ਬਾਪੂ ਗੁਰਚਰਨ ਸਿੰਘ ਜੀ ਨਾਲ ਤੇ ਐਡਵੋਕੇਟ ਅਮਰ ਸਿੰਘ ਚਹਿਲ ਜੀ ਦੇ ਨਾਲ। ਪਰ ਮੈਂ ਛੱਡ ਸਕਦਾ ਤੇ ਛੱਡ ਦਾਂਗਾ, ਲੇਕਿਨ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ। ਦੁਬਾਰਾ ਮਹੀਨੇ ਕੁ ਬਾਅਦ ਅਸੀਂ ਕੋਸ਼ਿਸ਼ ਕਰਨ ਲੱਗ ਪਏ ਵੀ ਸਾਨੂੰ ਇੰਟਰਵਿਊ ਦਾ ਟਾਈਮ ਦਿਓ, ਲੇਕਿਨ ਉਹ ਅੱਜ ਤੱਕ ਜਿਹੜਾ ਹੈ ਅੱਜ ਉਸ ਨੂੰ ਫਲ ਲੱਗਾ ਹੈ। ਨਹੀਂ ਤਾਂ ਪਹਿਲੇ ਸਾਨੂੰ ਕੋਈ ਟਾਈਮ ਨਹੀਂ ਮਿਲਦਾ ਰਿਹਾ ਤੇ ਅੱਜ ਉਹਨਾਂ ਨੇ ਸਾਨੂੰ ਜਾਂਦਿਆਂ ਕਿਹਾ ਵੀ ਮੈਂ ਤੁਹਾਡਾ ਕੇਸ ਬੜੀ ਤੰਗੀ ਤਰ੍ਹਾਂ ਮੈਨੂੰ ਯਾਦ ਹੈ, ਜੋ ਮੈਂ ਤੁਹਾਨੂੰ ਕਿਹਾ ਉਹ ਵੀ ਯਾਦ ਹੈ, ਪਰ ਇਹ ਜਿਹੜਾ ਹੈ ਯੂਟੀ ਦਾ ਕੇਸ ਇਹ ਮੇਰੇ ਅਧਿਕਾਰ 'ਚ ਨਹੀਂ। ਮੈਂ ਐਡਮਿਨਿਸਟ੍ਰੇਟਰ ਹੋਣ ਦੇ ਨਾਤੇ ਕੇਸ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕਰਨਾ। ਮੈਂ ਤੁਹਾਡਾ ਹੋਮ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਨੂੰ ਕੇਸ ਭੇਜ ਦਿੱਤਾ ਹੈ, ਉਹਨਾਂ ਨੇ ਫੈਸਲਾ ਕਰਨਾ, ਜੋ ਫੈਸਲਾ ਕਰਨਗੇ ਉਸ ਤਰ੍ਹਾਂ ਬੰਦੇਸ਼। ਕਿੰਨੇ ਬੰਦੀ ਸਿੰਘ ਹੈ ਯੂਟੀ ਦੇ ਜਿਹੜੇ ਰਿਹਾਈ ਹੋਣੀ ਹੈ ਜਿਹਨਾਂ ਦੀ? ਦੇਖੋ, ਅਸੀਂ ਜਿਹੜੇ ਜਿਨ੍ਹਾਂ ਦੇ ਰਿਹਾਈ ਦੇ ਕਰਦੇ ਹਾਂ 8 ਆਦਮੀ ਨੇ। ਹਾਂਜੀ, 3 ਤਾਂ ਬਿਲਕੁਲ ਜਿਹੜੇ ਨੇ ਜਿਨ੍ਹਾਂ ਦੀ ਕੋਈ ਮੁਸ਼ਕਲ ਨਹੀਂ, ਜਿਨ੍ਹਾਂ 'ਤੇ ਕੋਈ ਕੇਸ ਵੀ ਨਹੀਂ ਇਸ ਵੇਲੇ ਤੱਕ ਹੈਗਾ। ਜਿਸ ਤਰ੍ਹਾਂ ਹੈ ਗੁਰਮੀਤ ਸਿੰਘ ਹੋ ਗਿਆ, ਲਖਵਿੰਦਰ ਸਿੰਘ ਹੋ ਗਿਆ ਤੇ ਸ਼ਮਸ਼ੇਰ ਸਿੰਘ ਹੋ ਗਿਆ। ਉਹ ਬਿਲਕੁਲ ਇਸੇ ਕੇਸ 'ਚ ਉਹਨਾਂ ਦਾ ਟਰਾਇਲ ਹੋਇਆ ਤੇ ਇਸੇ 'ਚ ਉਹਨਾਂ ਦੀ ਕਨਵਿਕਸ਼ਨ ਹੋਈ ਆ। ਉਹ ਪਿਛਲੇ 5-6 ਸਾਲ ਤੋਂ ਲਗਾਤਾਰ ਹਰ ਸਾਲ 'ਚ 2-2, 3-3, 4-4 ਦਫਾ ਪੈਰੋਲ 'ਤੇ ਜਾਂਦੇ ਨੇ, ਵਾਪਸ ਆਉਂਦੇ ਨੇ। ਤੇ ਆ ਜਿਹੜਾ ਕੋਵਿਡ ਪੀਰੀਅਡ ਰਿਹਾ ਉਹਦੇ 'ਚ 6-6 ਮਹੀਨੇ ਉਹ ਉੱਥੇ ਬਾਹਰ ਰਹਿ ਕੇ ਆਏ ਨੇ ਐਜ਼ ਪਰ ਪਾਲਿਸੀ ਆਫ ਦੀ ਗਵਰਨਮੈਂਟ। ਉਹਨਾਂ ਦਾ ਕੰਡਕਟ ਜਿਹੜਾ ਉਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ ਵੀ ਉਹਨਾਂ ਦਾ ਜੇਲ੍ਹ 'ਚ ਵੀ ਕੰਡਕਟ ਬਹੁਤ ਵਧੀਆ ਹੈ। ਉਹ ਜਦੋਂ ਪੈਰੋਲ 'ਤੇ ਜਾਂਦੇ ਫਿਰ ਵਾਪਸ ਆਉਂਦੇ ਨੇ। ਪੈਰੋਲ ਤਦੇ ਮਿਲਦੀ ਉਹਨਾਂ ਨੂੰ ਵੀ ਜੇ ਉਹਨਾਂ ਦਾ ਕੰਡਕਟ ਅੱਛਾ ਹੈ, ਬਾਹਰ ਵੀ ਤੇ ਅੰਦਰ ਵੀ। ਉਹਨਾਂ ਦਾ ਤਾਂ ਅਸੀਂ ਬਿਲਕੁਲ ਗਵਰਨਰ ਸਾਹਿਬ ਨੂੰ ਕਹਿੰਦੇ ਸੀ ਵੀ ਉਹਨਾਂ ਦੀ ਤਾਂ ਛੱਡਣੀ ਚਾਹੀਦੀ, ਤੁਹਾਨੂੰ 26 ਸਾਲ ਬਹੁਤ ਵੱਡੀ ਪੀਰੀਅਡ ਹੈ ਤਾਂ ਉਹਨਾਂ ਨੂੰ ਛੱਡੋ। ਤਾਂ ਉਹਨਾਂ ਨੇ ਗੱਲ ਇੱਥੇ ਆਣ ਕੇ ਮੁਕਾ ਦਿੱਤੀ ਵੀ ਮੇਰੇ ਅਧਿਕਾਰ ਤੋਂ ਬਾਹਰ ਹੈ, ਲੀਗਲੀ ਮੈਂ ਨਹੀਂ ਕੁਛ ਇਸ 'ਤੇ ਕਰ ਸਕਦਾ। ਇਸੇ ਕਰਕੇ ਮੈਂ ਕੇਸ ਜਿਹੜਾ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੱਤਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਹੁਣ ਗਵਰਨਮੈਂਟ ਆਫ ਇੰਡੀਆ ਨਾਲ। ਜਗਤਾਰ ਸਿੰਘ ਹਵਾਰਾ ਵੀ ਇਸੇ 8 ਵਿੱਚ ਨੇ। 8 ਚਾਹੁੰਦੇ ਨੇ, ਪਰ ਉਹਦੀ ਅਸੀਂ ਅਜੇ ਪਿੱਛੇ ਪਾ ਰਹੇ ਸੀ ਵੀ ਉਹਨਾਂ 'ਤੇ ਕੇਸ ਚੱਲਦੇ ਨੇ। ਜਗਤਾਰ ਸਿੰਘ ਹਵਾਰਾ 'ਤੇ ਕੇਸ ਚੱਲਦਾ ਹੈ, 1-2 ਕੇਸ ਰਹਿੰਦੇ ਨੇ, ਬਾਕੀ ਤਾਂ ਸਾਰੇ ਮੁੱਕ ਕੇ ਬਰੀ ਹੋ ਗਏ ਨੇ। ਖੈਰ ਉਹਨਾਂ ਦੀ ਤਾਂ ਜਿਹੜੀ ਪਚੀਦਾ ਹੈ ਮਾਮਲਾ, ਇਹਨਾਂ 3 ਲੋਕਾਂ ਦਾ ਕੋਈ ਪਚੀਦਾ ਨਹੀਂ। ਜਿਸ ਤਰ੍ਹਾਂ ਮੈਂ ਦੱਸਿਆ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ, ਇਹਨਾਂ ਦੀ ਸਜ਼ਾ ਵੀ 120 'ਚ ਹੋਈ ਹੈ। ਕੌਨਸਪੀਰੇਸੀ 'ਚ ਡਾਇਰੈਕਟ ਤੇ ਇਨਵੋਲਵ ਨਹੀਂ ਸੀ। ਸੋ ਇਹਨਾਂ ਦੀ ਅਸੀਂ ਜ਼ਿਆਦਾ ਪੈਰਵੀ ਕਰਦੇ ਸੀ ਵੀ ਇਹਨਾਂ ਨੂੰ ਇੱਕਦਮ ਛੱਡਣਾ ਚਾਹੀਦਾ। ਬਾਕੀ ਤੇ ਜਿਹੜੇ ਵੇਖਾਂਗੇ ਕੀ ਕਰਨਾ ਹੈ। ਤੇ ਉਹਨਾਂ ਦੱਸਿਆ ਸੀ ਵੀ ਸੁਪਰੀਮ ਕੋਰਟ 'ਚ ਕੀ ਪੈਂਡਿੰਗ ਜਾਂ ਕਿਸੇ ਕੋਰਟ 'ਚ। ਉਹਨਾਂ ਦੱਸਿਆ ਵੀ ਸੁਪਰੀਮ ਕੋਰਟ 'ਚ ਅਪੀਲਾਂ ਪੈਂਡਿੰਗ ਨੇ। ਸਰਕਾਰ ਨੇ ਅਪੀਲ ਕੀਤੀ ਹੈ ਵੀ ਸਜ਼ਾ ਘੱਟ ਹੈ, ਇਹਨਾਂ ਨੂੰ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਦੂਜਿਆਂ ਨੇ ਅਪੀਲ ਕੀਤੀ ਹੈ ਵੀ ਸਾਨੂੰ ਬਰੀ ਕਰਨਾ ਚਾਹੀਦਾ ਹੈ। ਦੋਨਾਂ ਵੱਲੋਂ ਅਪੀਲ ਜਿਹੜੀ ਹੈ ਸੁਪਰੀਮ ਕੋਰਟ 'ਚ ਪੈਂਡੇ, ਪਰ ਪੈਂਡਿੰਗ ਜਿਹੜੀ ਸੁਪਰੀਮ ਕੋਰਟ ਦੀ ਅਪੀਲ ਉਹਦਾ ਕੋਈ ਇਸ ਤਰ੍ਹਾਂ ਪ੍ਰੀ ਮੈਚੁਰ ਰਿਲੀਜ਼ 'ਤੇ ਕੋਈ ਅਸਰ ਨਹੀਂ ਹੈਗਾ। ਚਹਿਲ ਸਾਹਿਬ, ਪਿਛਲੀ ਮੀਟਿੰਗ ਤੇ ਅੱਜ ਵਾਲੀ ਮੀਟਿੰਗ 'ਚ ਕੀ ਫਰਕ ਦੇਖਿਆ ਜੀ? ਉਦੋਂ ਪ੍ਰੈਸ਼ਰ ਬਿਲਡਅਪ ਕੀਤਾ ਸੀਗਾ, ਲੱਗ ਰਿਹਾ ਸੀ ਵੀ ਦਿਨਾਂ ਦੇ ਵਿੱਚ ਹੀ ਮੁੱਦਾ ਸੋਲਵ ਹੋ ਜਾਊਗਾ। ਨਹੀਂ ਦੇਖੋ, ਦਿਨ ਕਾਫੀ ਹੋ ਗਏ ਜੀ। ਅੱਜ ਕਿਵੇਂ ਦਾ ਐਟੀਟਿਊਡ ਲੱਗਿਆ? ਨਹੀਂ, ਐਟੀਟਿਊਡ ਤੋਂ ਉਹਨਾਂ ਜਾ ਕੇ ਹੀ ਦੱਸ ਦਿੱਤਾ ਵੀ ਮੇਰੇ ਅਧਿਕਾਰ 'ਚ ਹੁੰਦਾ ਤਾਂ ਮੈਂ ਛੱਡ ਦਿੰਦਾ। ਮੈਂ ਪਰ ਇਹ ਗੱਲ ਪਿਛਲੀ ਵਾਰੀ ਕਿਉਂ ਨਹੀਂ ਕਹੀ ਗਈ ਜੀ? ਉਦੋਂ ਤਾਂ ਬੜੇ ਆਸ਼ਵਾਸਨ ਦਿੱਤੇ ਸੀ। ਉਹਨਾਂ ਨੇ ਕਿਹਾ ਵੀ ਮੇਰੇ ਕੋ ਮਤਲਬ ਹੈ ਵੀ ਮੈਨੂੰ ਇਹ ਪਤਾ ਨਹੀਂ ਸੀ ਵੀ ਇਹ ਅਧਿਕਾਰ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਦਾ, ਇਸ ਕਰਕੇ ਮੈਂ ਤੁਹਾਨੂੰ ਕਿਹਾ ਜ਼ਰੂਰ ਹੈ, ਪਰ ਉਹ ਮੇਰੇ ਵੱਸ ਤੋਂ ਬਾਹਰ ਹੈ। ਮੇਰੀ ਅਗਲੀ ਤੇ ਮੈਡਮ ਅਸੀਂ ਹੁਣ ਦਿੱਲੀ ਦਾ ਕੋਈ ਰਾਹ ਫੜਕਾਂਗੇ, ਚਾਹੇ ਆਪਣੀ ਆਰਗੇਨਾਈਜੇਸ਼ਨ ਨਾਲ ਸਲਾਹ ਕਰਾਂਗੇ ਵੀ ਅੱਗੇ ਕੀ ਕਦਮ ਪੁੱਟਣੇ ਚਾਹੀਦੇ, ਫਿਰ ਤੁਹਾਨੂੰ ਉਸ ਜੋ ਕਦਮ ਪੁੱਟਣੇ ਹੋਏ ਕਿ ਤੁਹਾਨੂੰ ਦੱਸਦੇ ਰਹਾਂਗੇ ਜੀ। ਇਸ ਵੇਲੇ ਤੇ ਫਾਰ ਦੀ ਟਾਈਮ ਬੀਇੰਗ ਅਸੀਂ ਗਵਰਨਰ ਕੋਲ ਜੋ ਹੋ ਕੇ ਆਏ ਹਾਂ ਤੁਹਾਨੂੰ ਦੱਸ ਦਿੱਤਾ। ਸਾਡੇ ਜਿਹੜੇ ਬਾਕੀ ਦੇ ਸੱਜਣ ਨੇ ਉਹਨਾਂ ਨੂੰ ਦੱਸਾਂਗੇ, ਉਹਨਾਂ ਨਾਲ ਬੈਠ ਕੇ ਸਲਾਹ ਕਰਾਂਗੇ ਕੀ ਹੋਣਾ ਚਾਹੀਦਾ। ਚਹਿਲ ਸਾਹਿਬ, ਕਿੰਨੇ ਨੇ ਐਗਜ਼ੈਕਟਲੀ ਮਤਲਬ ਜਿਹੜੇ ਸਾਫ਼ ਤੌਰ ਤੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ? ਬੇਨਤੀ ਮੈਂ ਤੁਹਾਨੂੰ ਦੱਸਿਆ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਜਿਹੜਾ ਹੈ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ, ਉਹਨਾਂ 'ਤੇ ਕੋਈ ਕੇਸ ਹੋਰ ਨਹੀਂ ਹੈਗੀ। ਉਹ ਪਿਛਲੇ 2016 ਤੋਂ ਲਗਭਗ ਪੈਰੋਲ 'ਤੇ ਜਾ ਰਹੇ ਨੇ। ਹਰ ਸਾਲ 3-3, 4-4 ਦਫਾ ਪੈਰੋਲ ਰਹਿੰਦੀ ਹੈ। ਕੋਵਿਡ ਪੀਰੀਅਡ 'ਚ ਉਹ 6-6 ਮਹੀਨੇ ਬਾਹਰ ਰਹੇ ਨੇ ਤੇ ਜਿਹੜਾ ਆਪਣਾ ਹੈ ਪੈਰੋਲ ਪੀਰੀਅਡ ਜਿਹੜਾ ਹੈ ਉਹ ਜਿਹੜਾ ਹੈ ਪੂਰਾ ਕਰਕੇ ਤੇ ਫਿਰ ਦੁਬਾਰਾ ਜੇਲ੍ਹ 'ਚ ਆਉਂਦੇ ਰਹੇ ਨੇ। ਇਹਦਾ ਮਤਲਬ ਉਹਨਾਂ ਨੂੰ ਪੈਰੋਲ
ਅੱਗੇ ਤਾਂ ਹੀ ਮਿਲਦੀ ਜੇ ਉਹਨਾਂ ਦਾ ਕੰਡਕਟ ਠੀਕ ਹੈ, ਜੇਲ੍ਹ 'ਚ ਵੀ ਕੰਡਕਟ ਠੀਕ ਹੈ ਤੇ ਬਾਹਰ ਵੀ ਠੀਕ ਹੈ, ਤਦੇ ਪੈਰੋਲ ਮਿਲਦੀ, ਉਦੋਂ ਤਾਂ ਮਿਲਦੀ ਨਹੀਂ। ਜੇ ਪਹਿਲੀ ਪੈਰੋਲ ਤੇ ਹੀ ਕੋਈ ਗੜਬੜ ਕਰਦੇ ਨੇ, ਉੱਥੇ ਜਾ ਕੇ ਕੋਈ ਉਹਨਾਂ 'ਤੇ ਹੋਰ ਕੋਈ ਕੇਸ ਪੈ ਜਾਂਦਾ, ਚਾਹੇ ਕੋਈ ਹੋਰ ਉਹਨਾਂ ਦੇ ਖਿਲਾਫ ਪੁਲਿਸ ਦੀ ਰਿਪੋਰਟ ਆਉਂਦੀ ਹੈ, ਤਾਂ ਉਹਨਾਂ ਨੂੰ ਪੈਰੋਲ ਅੱਗੇ ਨਹੀਂ ਮਿਲੇਗੀ। ਲੇਕਿਨ ਇਸ ਤਰ੍ਹਾਂ ਦਾ ਕੋਈ ਨਹੀਂ। ਆ ਹੁਣੇ ਜਿਹੜਾ ਹੈ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਅਜੇ ਹਫਤਾ 10 ਦਿਨ ਹੀ ਹੋ ਗਿਆ, ਉਹ ਦੁਬਾਰਾ ਸਰੈਂਡਰ ਕੀਤਾ ਹੈ ਉਹਨਾਂ ਨੇ। ਕੋਵਿਡ ਪੀਰੀਅਡ ਤੋਂ 6 ਮਹੀਨੇ ਤੋਂ ਲਗਭਗ ਉਹ ਬਾਹਰ ਸੀ। ਸੋ ਇਸ ਤਰ੍ਹਾਂ ਦਾ ਮਾਮਲਾ ਹੈ। ਗਵਰਨਰ ਸਾਹਿਬ ਦੇ ਜਿਹੜੇ ਅਧਿਕਾਰ ਦੇ ਅਨੁਸਾਰ ਜਿਹੜਾ ਇਸ ਵੇਲੇ ਹੈ, ਜਿੱਥੇ ਸਥਿਤੀ ਹੈ, ਜੋ ਅੱਜ ਉਹਨਾਂ ਦੇ ਕਹਿਣ 'ਤੇ ਇਹ ਗੱਲ ਹੈ। ਪ੍ਰੋਫੈਸਰ ਭੁੱਲਰ ਦੀ ਉਹਨਾਂ ਰਿਹਾਈ ਨੂੰ ਲੈ ਕੇ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਜੋ ਕੁਝ ਵੀ ਚੱਲ ਰਿਹਾ ਸੀਗਾ, ਹੁਣ ਸਰਕਾਰ ਉਹਨਾਂ ਦੀ ਹੈ ਪੰਜਾਬ 'ਚ ਜੀ, ਕੋਈ ਦੁਬਾਰਾ ਮੁਲਾਕਾਤ ਕਰਨ ਦੇ ਕੋਈ ਹੈ ਇਰਾਦਾ? ਦੇਖੋ, ਕੋਸ਼ਿਸ਼ ਤਾਂ ਬਹੁਤ, ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬਹੁਤ ਥਾਈਂ ਜਿਹੜੇ ਹੈ ਇਹ ਕਈ ਸੰਸਥਾਵਾਂ ਜਿਹੜੀਆਂ ਇਸ 'ਤੇ ਜਿਹੜੀਆਂ ਕਹਿ ਰਹੀਆਂ ਨੇ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ। ਦਵਿੰਦਰ ਸਿੰਘ ਭੁੱਲਰ ਦਾ ਜਿਹੜਾ ਕੇਸ ਹੈ ਉਹ ਸਜ਼ਾ ਹੋਈ ਦਿੱਲੀ ਸਰਕਾਰ ਵੱਲੋਂ, ਦਿੱਲੀ ਦਾ ਕੇਸ ਸੀ। ਸੋ ਦਿੱਲੀ ਦੇ ਸਿਸਟਮ 'ਚ ਜਾਣ ਕੇ ਉਹਦੀ ਜਿਹੜੀ ਰਿਲੀਜ਼ ਹੋਣੀ ਆ, ਉਹ ਜੇਲ੍ਹ ਜਿਹੜਾ ਮਹਿਕਮਾ ਹੈ ਜਾਂ ਪਤਾ ਨਹੀਂ ਹੁਣ ਉਹਦੇ 'ਚ ਹੋਮ ਮਿਨਿਸਟਰੀ ਦੀ ਕੀ ਇਨਵੋਲਵਮੈਂਟ ਹੈ, ਗਵਰਨਮੈਂਟ ਆਫ ਇੰਡੀਆ ਦੀ, ਉਹਨਾਂ ਦੇ ਨਾਤੇ ਜਿਹੜਾ ਹੈ ਉਹ ਛੱਡਣਗੇ। ਵੈਸੇ ਤਾਂ ਉਹਨਾਂ ਨੇ ਪਾਲਿਸੀ ਮੈਟਰ 'ਚ ਪਹਿਲੇ ਪਾਤਸ਼ਾਹ ਦੇ ਜਿਹੜੇ 550 ਦਾ ਉਤਸਵ ਸੀ, ਉਹਦੇ ਵਿੱਚ ਉਹਨਾਂ ਕੋਲ ਸਾਡੇ ਕੋਲ ਚਿੱਠੀਆਂ ਹੈਗੀਆਂ ਜਿਹਦੇ 'ਚ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਲਿਖਿਆ ਗਿਆ ਵੀ ਇਹਨੂੰ ਛੱਡਣਾ ਹੈ। ਲੇਕਿਨ ਉਸ ਤੋਂ ਬਾਅਦ ਕੀ ਗੜਬੜ ਹੋਈ ਹੈ ਇਹ ਪਤਾ ਨਹੀਂ ਲੱਗਦਾ। ਇੱਕ ਗੜਬੜ ਤਾਂ ਹੋਈ ਸੀ ਤੇ ਉਹ ਮਨਿੰਦਰਜੀਤ ਸਿੰਘ ਬਿੱਟਾ ਨੇ ਰਿਟ ਕਰ ਦਿੱਤੀ ਸੀ ਸੁਪਰੀਮ ਕੋਰਟ 'ਚ, ਸੁਪਰੀਮ ਕੋਰਟ ਨੇ ਸਟੇ ਦਿੱਤੀ ਸੀ, ਉਹ ਰਿਟ ਵੀ ਖਾਰਜ ਹੋ ਗਈ ਹੈ। ਖਾਰਜ ਹੋਣ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਕੋਲ ਇਹ ਫੈਸਲਾ ਪਿਆ ਜਿਹੜਾ ਕਿ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ। ਜਦੋਂ ਇੱਕ ਦਫਾ ਉਹਨਾਂ ਨੇ ਫੈਸਲਾ ਲੈ ਲਿਆ, ਕਾਗਜ਼ੀ ਸਾਰੀਆਂ ਗੱਲਾਂ ਹੋ ਗਈਆਂ ਨੇ, ਇਹ ਨੋਟੀਫਾਈ ਹੋ ਗਿਆ ਵੀ ਉਹਨੂੰ ਛੱਡਣਾ, ਤੇ ਫਿਰ ਛੱਡਣਾ ਨਾ ਛੱਡਣਾ ਤੇ ਬਹੁਤ ਵੱਡੀ ਇੱਕ ਗੈਰ ਕਾਨੂੰਨੀ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਲੋਕਾਂ ਦਾ ਦਿੱਲੀ ਸਰਕਾਰ ਦਾ ਮੰਨਦੇ ਹੋ ਦੋਸ਼ ਕਿ ਉਹ ਨਹੀਂ ਛੱਡ ਰਹੇ? ਸੈਂਟੈਂਸ ਰਿਵਿਊ ਮੀਟਿੰਗ ਕਹਿ ਰਹੇ ਸੀ ਕੇਜਰੀਵਾਲ ਨੇ ਕੀਤੀ ਆ, ਉਹਦੇ ਵਿੱਚ ਪਤਾ ਲੱਗਾ ਕੀ ਕੁਝ ਨਿਕਲ ਕੇ ਸਾਹਮਣੇ ਆਇਆ? ਉਹ ਦੱਸਦੇ ਕੁਛ ਹੈ ਜੀ, ਹੁੰਦਾ ਕੁਛ ਹੈ। ਉਹਨਾਂ ਨੇ ਤੇ 2 ਦਫਾ ਕੇਸ ਜਿਹੜਾ ਰਿਜੈਕਟ ਕਰਕੇ ਰੌਲਾ ਪਾਉਂਦੇ ਰਹੇ ਵੀ ਅਜੇ ਪੈਂਡਿੰਗ ਹੈ, ਅਜੇ ਪੈਂਡਿੰਗ। ਫਿਰ ਜਦੋਂ ਰੌਲਾ ਪਿਆ ਤਾਂ ਉਹਨਾਂ ਨੇ ਫਿਰ ਜਾ ਕੇ ਉਹਨਾਂ ਨੇ ਪਿੱਛੇ ਜੇ ਥੋੜ੍ਹੇ ਜਿਹੇ ਦਿਨ ਹੀ ਹੋ ਗਏ ਆ, ਜਤਿੰਦਰ ਜੈਨ ਦੀ ਚੇਅਰਮੈਨਸ਼ਿਪ ਥੱਲੇ ਇੱਕ ਮੀਟਿੰਗ ਕੀਤੀ ਜਿਹਦੇ 'ਚ ਮੈਜੋਰਿਟੀ ਆਫ ਦੀ ਮੈਂਬਰਸ 11 ਮੈਂਬਰ ਸੀ, ਉਹਨਾਂ ਬਹੁਤਿਆਂ ਨੇ ਕਿਹਾ ਵੀ ਨਹੀਂ ਛੱਡਣਾ। ਜਦੋਂ ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕਰ ਲਿਆ, ਫਿਰ ਨਵੀਂ ਕਮੇਟੀ ਬਣਾਉਣ ਦੀ ਤਾਂ ਲੋੜ ਹੀ ਨਹੀਂ ਸੀ ਉਹਨਾਂ ਨੂੰ। ਸਕਰੀਨਿੰਗ ਕਮੇਟੀ ਦੀ ਕੀ ਲੋੜ ਸੀ ਉਹਨਾਂ ਨੂੰ? ਗਵਰਨਮੈਂਟ ਆਫ ਇੰਡੀਆ ਤੋਂ ਹੋਰ ਵੱਡੀ ਕਿਹੜੀ ਕਮੇਟੀ ਹੋ ਸਕਦੀ ਆ? ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਲੈਵਲ ਹੈ, ਹੋਮ ਮਿਨਿਸਟਰ ਜਿਹੜਾ ਫੈਸਲਾ ਕਰੇਗਾ, ਉਹ ਜਾਂ ਸੈਕਟਰੀ ਜਿਹੜੇ ਉਹ ਕਰਨਗੇ। ਹੁਣ ਉਹਦੇ ਬਦਲੇ ਜੇ ਉਹ ਫੈਸਲਾ ਕਰਦੇ ਵੀ ਇਹਨੂੰ ਛੱਡਣਾ ਹੈ, ਉਹਨਾਂ ਨੇ ਪਾਲਿਸੀ ਮੈਟਰ ਦੇ ਤੌਰ 'ਤੇ ਫੜ ਲਿਆ, ਤੇ ਫਿਰ ਜਤਿੰਦਰ ਜੈਨ ਵਾਲੀ ਕਮੇਟੀ ਤੇ ਜਿਹੜੀ ਹੈ ਫਜ਼ੂਲ ਹੈ, ਜਾਣਬੁੱਝ ਕੇ ਉਸ ਬੰਦੇ ਨੂੰ ਅੰਦਰ ਰੱਖਣ ਲਈ ਇਸ ਤਰ੍ਹਾਂ ਕਰ ਰਹੇ, ਨਹੀਂ ਕਰਨਾ ਚਾਹੀਦਾ। ਪੰਜਾਬ ਦੇ ਰਾਜ ਸਭਾ ਮੈਂਬਰਾਂ ਨਾਲ ਗੱਲਬਾਤ ਕਰੋਗੇ ਇਸ ਬਾਬਤ ਜਿਹੜੇ ਨਵੇਂ ਬਣੇ ਹੋਏ ਉਹਨਾਂ ਦੀ ਸਰਕਾਰ ਆ? ਦੇਖੋ, ਬੇਨਤੀ ਹੈ ਉਹ ਵੀ ਪੰਜਾਬ 'ਚੋਂ, ਜੇ ਤੁਸੀਂ ਇਹ ਗੱਲ ਕਰ ਦਿੱਤੀ ਹੈ ਤਾਂ ਉਹ ਪੰਜਾਬ 'ਚੋਂ ਗਏ, ਉਹ ਖੁਦ ਹੀ ਕਿਉਂ ਨਹੀਂ ਗੱਲ ਕਰ ਲੈਂਦੇ? ਹੁਣ ਦੇਖੋ ਨਾ, ਸਾਡੀ ਵੀ ਕੋਈ ਲਿਮੀਟੇਸ਼ਨ ਹੈ, ਸਾਡੇ ਵੀ ਕੋਈ ਸੋਰਸਿਸ ਨੇ, ਸਾਡੀ ਵੀ ਕੋਈ ਆਲੇ ਦੁਆਲੇ ਘੁੰਮਣ ਦੀ ਜਿਹੜੀ ਹੈ ਕੋਈ ਮਜਬੂਰੀ ਹੈ। ਉਹ ਖੁਦ ਹੀ ਇਸ ਮਾਮਲੇ 'ਚ, ਬਾਕੀ ਦੇ ਸਿਸਟਮ ਦੇ ਵਿੱਚ ਸਾਰੀਆਂ ਗੱਲਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਖੁਦ ਹੀ ਲੈਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਕੀ ਕਾਨੂੰਨ ਦੀਆਂ ਇੱਥੇ ਧੱਜੀਆਂ ਉੱਡ ਰਹੀਆਂ। ਇੱਕ ਕੇਸ ਦੇ ਵਿੱਚ 302 'ਚ ਸਜ਼ਾ ਹੋਈ ਹੈ, ਉਮਰ ਕੈਦ ਹੋਈ ਹੈ, ਪੰਜਾਬ ਦੀ ਕੋਰਟ ਨੇ ਕੀਤੀ ਹੈ। ਬੰਦੇ 2 ਨੇ, ਉਹ ਇੱਕ ਮਹੀਨਾ ਤੇ 10 ਦਿਨ ਜੇਲ੍ਹ ਦੇ ਵਿੱਚ ਰਹੇ ਨੇ। ਉਹਨਾਂ ਦੀ ਟੋਟਲ ਜਿਹੜੀ ਹੈ ਕੈਦ ਹੈ 2 ਸਾਲ ਤੇ 11 ਮਹੀਨੇ ਹੁੰਦੀ ਹੈ। ਬਾਕੀ ਦਾ ਪੀਰੀਅਡ 1 ਸਾਲ ਜਿਹੜਾ ਹੈ, ਉਹ 1 ਸਾਲ ਤੋਂ 1.5 ਸਾਲ ਤੋਂ ਜ਼ਿਆਦਾ ਜਿਹੜਾ ਹੈ ਉਹ ਪੈਰੋਲ 'ਤੇ ਰਹੇ ਨੇ। ਉਹਨਾਂ ਦੀ ਰਿਲੀਜ਼ ਕਰ ਦਿੱਤੀ ਹੈ ਜੀ ਗਵਰਨਰ ਨੇ, ਜਿਹੜਾ ਹੈ ਪੰਜਾਬ ਦਾ ਕੇਸ ਸੀ। ਸੋ ਕਰਨਾ ਹੋਵੇ ਤੇ ਗੱਲ ਹੀ ਕੋਈ ਨਹੀਂ, ਸਰਕਾਰ ਦੀ ਗੱਲ ਹੈ। ਜੇ ਨਹੀਂ ਕਰਨਾ ਤਾਂ ਫਿਰ ਜਿਹੜੀਆਂ ਮਰਜ਼ੀ ਇਹ ਜਿਹੜੀਆਂ ਹੈ ਮੁਸ਼ਕਲਾਂ ਦੱਸ ਦੇਣ, ਉਹਨਾਂ ਦੇ ਹੱਥ ਹੈ, ਛੱਡਣਾ ਚਾਹੇ ਨਾ ਛੱਡਣਾ। ਕੋਈ ਕਾਨੂੰਨੀ ਪ੍ਰਕਿਰਿਆ ਅਪਣਾ ਰਹੇ ਹੋ ਫਿਰ? ਕੋਈ ਹਾਈ ਕੋਰਟ, ਸੁਪਰੀਮ ਕੋਰਟ? ਵੀਰ ਜੀ, ਕਾਨੂੰਨੀ ਪ੍ਰਕਿਰਿਆ 'ਚ ਇਹਦੇ ਜਿਹੜਾ ਨਾ ਅਦਾਲਤਾਂ ਜਿਹੜੀਆਂ ਦਖਲ ਨਹੀਂ ਦੇ ਰਹੀਆਂ, ਬੜੀ ਬਦਕਿਸਮਤੀ ਆ। ਬਹੁਤ ਦਫਾ ਰੇਟਾਂ ਹੋ ਚੁੱਕੀਆਂ ਨੇ ਵੀ ਇੰਨੇ ਸਾਲ ਹੋ ਗਏ ਨੇ, ਉਹ ਦੁਬਾਰਾ ਇਹ ਆਰਡਰ ਕਰ ਦਿੰਦੇ ਵੀ ਗਵਰਨਮੈਂਟ ਇਹਨਾਂ ਦਾ ਕੇਸ ਕੰਸੀਡਰ ਕਰੇ, ਗਵਰਨਮੈਂਟ ਇਹਨਾਂ ਦਾ ਕੇਸ ਕੰਸੀਡਰ ਕਰੇ। ਗਵਰਨਮੈਂਟ ਨੇ ਜੋ ਕੰਸੀਡਰ ਕਰਨਾ ਤੁਹਾਡੇ ਸਾਹਮਣੇ ਹੈ ਜੀ, ਕਿੰਨੀ ਕੁ ਦਫਾ ਕੰਸੀਡਰ ਕਰਨਗੇ। ਸੋ ਸਾਨੂੰ ਵੀ ਕੀ ਇਹਨਾਂ 'ਤੇ ਜਿਹੜੀ ਹੈਗੀ ਆ ਰਿਪਰਜੈਂਟੇਸ਼ਨ ਕਰਦੀ, ਚਾਹੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰਦੀ। ਗਵਰਨਮੈਂਟ ਸੂਓ ਮੋਟੋ ਵੀ ਇਹ ਛੱਡ ਸਕਦੀ ਹੈ। ਉਹਨਾਂ ਨੂੰ ਪਤਾ ਵੀ ਇੰਨੇ ਸਾਲ ਤੋਂ ਬੰਦੇ ਅੰਦਰ ਨੇ, ਉਹਨਾਂ ਦਾ ਗੁੱਡ ਕੰਡਕਟ ਹੈ, ਉਹਨਾਂ 'ਤੇ ਕੋਈ ਜਿਹੜਾ ਹੈ ਫਰਦਰ ਕੇਸ ਨਹੀਂ, ਨਾ ਉਹ ਨਾਰਮਲ ਆਪਣਾ ਲਾਈਫ ਜਦੋਂ ਪੈਰੋਲ 'ਤੇ ਜਾਂਦੇ ਨੇ ਉਹ
ਬਤੀਤ ਕਰਕੇ ਵਾਪਸ ਆ ਜਾਂਦੇ, ਗਵਰਨਮੈਂਟ ਆਪਣੇ ਆਪ ਹੀ ਫੈਸਲਾ ਲਏ, ਏਡੀ ਵੱਡੀ ਜਦੋਜਹਿਦ ਕਰਨ ਦੀ ਲੋੜ ਹੀ ਹੋਏ। ਪਰ ਅਨਫੋਰਚੂਨੇਟਲੀ ਗੱਲ ਹੈ ਨਹੀਂ, ਸਾਡੇ MP ਤੇ ਬਦਕਿਸਮਤੀ ਹੈ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਾਂ ਲਿਆ ਜਾਵੇ ਤਾਂ ਉਹ ਐਂ ਲੱਗਦੇ ਨੇ ਜਿੱਦਾਂ ਉਹਨਾਂ ਦਾ ਕੋਈ ਆਪਣਾ ਪਿਓ ਮਰਿਆ ਹੁੰਦਾ। ਬਦਕਿਸਮਤੀ ਹੈ ਕਾਨੂੰਨ। ਘੇਰਿਆ ਜਾਏਗਾ ਸਰਕਾਰ ਨੂੰ, ਹਾਂਜੀ, ਸਰਕਾਰ ਨੂੰ ਘੇਰਿਆ ਜਾਏਗਾ ਜੇਕਰ ਨਹੀਂ ਕਰਨਗੇ, ਜਾਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਦਿੱਲੀ ਦੇ ਸਿੱਖਾਂ ਨੂੰ ਨਾਲ ਲੈ ਕੇ। ਵੀਰ ਜੀ ਮੈਂ ਸਰਕਾਰ ਨੂੰ ਘੇਰਿਆ ਜਾਵੇਗਾ। ਵੇਖੋ, ਪੰਜਾਬ ਸਰਕਾਰ ਨੂੰ ਚਾਹੇ ਦਿੱਲੀ ਸਰਕਾਰ ਨੂੰ, ਇਹ ਮੇਰੇ ਹੱਥ ਨਹੀਂ ਹੈ ਇਸ ਵੇਲੇ। ਅਸੀਂ ਤੇ ਮਿਲ ਕੇ ਆਏ ਹਾਂ, ਹੁਣ ਜਥੇਬੰਦੀਆਂ ਨਾਲ ਇਹ ਗੱਲ ਰਾਏ ਕਰਾਂਗੇ ਵੀ ਆਹ ਇੱਥੇ ਸਥਿਤੀ ਹੈ, ਇਸ ਤਰ੍ਹਾਂ ਦੀ ਸਟੇਜ ਹੈ ਇਸ ਵੇਲੇ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਦੇ ਹੱਥ ਹੈ ਤੇ ਆਇਆ ਕੀ ਕਰਨਾ ਚਾਹੀਦਾ। ਉਹਨਾਂ ਨਾਲ ਫੈਸਲਾ ਕਰਕੇ ਗੱਲ ਕੀਤੀ ਹੋ ਸਕਦੀ, ਮੇਰੇ ਇਕੱਲੇ ਦੀ ਚਾਹੇ ਸਾਡੇ ਦੋ ਚੋਂ ਆਦਮੀਆਂ ਦਾ ਫੈਸਲਾ ਲਿਆ ਤੇ ਗੱਲ ਨਹੀਂ ਨਾ ਬਣਦੀ। ਇਸ ਨੂੰ ਵੇਟ ਕਰਨਾ ਚਾਹੀਦਾ। 11 ਜਨਵਰੀ ਨੂੰ ਅਸੀਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਨ੍ਹਾਂ ਦੀਆਂ ਕੋਰਟ ਵੱਲੋਂ ਦਿੱਤੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ, ਜੋ ਕੋਰਟ ਵੱਲੋਂ ਉਮਰ ਕੈਦ ਦੀ ਹੱਦ ਹੈ ਉਹ 12-13 ਸਾਲ ਹੈ, ਤਕਰੀਬਨ ਉਹ 25, 27, 28 ਸਾਲ ਕੱਢ ਚੁੱਕੇ। ਅਸੀਂ 11 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਾਰਚ ਕੱਢਿਆ ਸੀ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ। ਉਸ ਦਿਨ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਸੀ। ਗਵਰਨਰ ਸਾਹਿਬ ਨੇ ਪੂਰੀ ਜ਼ਿੰਮੇਵਾਰੀ ਨਾਲ ਸਾਨੂੰ ਕਿਹਾ ਸੀ ਵੀ ਉਹਨਾਂ ਦੀ ਕਸਟਡੀ ਰਿਪੋਰਟ ਮੈਨੂੰ ਦਿਓ, ਜਿਨ੍ਹਾਂ ਦੀ ਸਜ਼ਾਵਾਂ 25 ਸਾਲ ਤੋਂ ਉੱਪਰ ਹੋ ਚੁੱਕੀਆਂ, ਵੀ ਉਹਨਾਂ ਦੀ ਮੈਂ ਜਲਦੀ ਰਿਹਾਈ ਕਰਾਵਾਂਗਾ। ਅਸੀਂ ਉਹ ਤੀਜੇ ਦਿਨ 14 ਤਰੀਕ ਨੂੰ ਉਹ ਕਸਟਡੀ ਰਿਪੋਰਟ ਤਿਆਰ ਕਰਕੇ ਜੇਲ੍ਹਾਂ 'ਚੋਂ ਲੈ ਕੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਇੱਥੇ ਗਵਰਨਰ ਹਾਊਸ ਨੂੰ ਭੇਜ ਦਿੱਤੀ ਸੀ। ਪਰ ਉਸ ਤੋਂ ਬਾਅਦ ਕੋਈ ਉਸ 'ਤੇ ਅਮਲ ਨਹੀਂ ਹੋਇਆ। ਅਸੀਂ ਤਕਰੀਬਨ ਲਗਾਤਾਰ ਸੰਪਰਕ ਰੱਖਿਆ ਗਵਰਨਰ ਹਾਊਸ ਨਾਲ, ਇਹਦੀ ਕਰਦੇ ਰਹੇ ਵੀ ਕੀ ਕਾਰਵਾਈ ਪੈ ਰਹੀ ਹੈ। ਇਹ ਹੁਣ ਸਾਡੀ 8 ਦਿਨਾਂ ਦੀ ਮਿਹਨਤ ਤੋਂ ਬਾਅਦ ਅੱਜ ਸਾਨੂੰ ਅਪਾਇੰਟਮੈਂਟ ਮਿਲੀ ਸੀ ਗਵਰਨਰ ਸਾਹਿਬ ਨੂੰ ਮੀਟਿੰਗ ਕਰਨ ਦੀ। ਹੁਣ ਅਸੀਂ ਮੀਟਿੰਗ ਕਰਕੇ ਆਏ ਹਾਂ। ਗਵਰਨਰ ਸਾਹਿਬ ਨੇ ਅੱਜ ਇੱਥੇ ਇੱਕ ਗੱਲ ਕਹੀ ਹੈ ਵੀ ਇਹ ਜਿਹੜਾ UT ਦਾ ਕੇਸ ਹੈ ਨਾ, ਮੇਰੇ ਕੋਲ ਇਹਨੂੰ ਇੰਨੀ ਆਪਣੇ ਤੌਰ ਤੇ ਫੈਸਲਾ ਲੈਣ ਦੀ ਕੋਈ ਪਾਵਰ ਨਹੀਂ। ਮੈਂ ਇਹਦੀ ਫਾਈਲ ਹੈ ਜਿਹੜੀ ਉਹ ਰਾਸ਼ਟਰਪਤੀ ਸਾਹਿਬ ਨੂੰ ਰਿਕਮੈਂਡੇਸ਼ਨ ਕਰਕੇ ਭੇਜ ਦਿੱਤੀ ਹੈ। ਹੁਣ ਉਹ ਰਾਸ਼ਟਰਪਤੀ ਸਾਹਿਬ ਕੀ ਕਰਨੇ, ਕੀ ਹੋਏਗਾ ਉਸ 'ਤੇ ਅਮਲ। ਪਰ ਇੱਥੇ ਤੋਂ ਸਾਨੂੰ ਇਹੀ ਅੱਜ ਜਵਾਬ ਮਿਲਿਆ ਵੀ ਉਹ ਫਾਈਲ ਰਾਸ਼ਟਰਪਤੀ ਸਾਹਿਬ ਨੂੰ ਭੇਜੀ ਹੈ। ਉਹਨਾਂ ਨੇ ਆਪਣੇ ਸੈਕਟਰੀ ਨੂੰ ਬੁਲਾ ਕੇ ਸਾਨੂੰ ਸਾਰੀ ਗੱਲ ਦੱਸੀ ਹੈ। ਉਹ ਸੈਕਟਰੀ ਕਹਿੰਦੇ ਆ ਵੀ 2-4 ਦਿਨਾਂ 'ਚ ਅਸੀਂ ਤੁਹਾਨੂੰ ਉਹ ਫਾਈਲ 'ਤੇ ਕੀ ਕਾਰਵਾਈ ਪੈ ਰਹੀ ਹੈ ਅਸੀਂ ਤੁਹਾਨੂੰ ਦੰਨੇ ਹਾਂ, ਫਿਰ ਤੁਸੀਂ ਜਾ ਕੇ ਰਾਸ਼ਟਰਪਤੀ ਨੂੰ ਇਸ ਬਾਰੇ ਮਿਲ ਸਕਦੇ। ਪੰਜਾਬ ਵਾਲਿਆਂ ਦਾ ਕੀ ਕਿਹਾ ਜੀ ਉਹਨਾਂ ਨੇ? ਦੇਖੋ, ਪੰਜਾਬ ਬਾਹਰਲੀ ਸਟੇਟਾਂ ਦੇ ਸੀ 2 ਕੇਸ, ਜਿਸ ਤਰ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਸੀ, ਗੁਰਦੀਪ ਸਿੰਘ ਖਹਿੜਾ ਦਾ ਕਰਨਾਟਕਾ ਦਾ ਕੇਸ ਸੀ। ਉਹਨਾਂ ਨੇ ਵੀ ਕਿਹਾ ਵੀ ਮੇਰੇ ਉਸ ਤੋਂ ਅਧਿਕਾਰ ਖੇਤਰ ਤੋਂ ਬਾਹਰ ਹੈ, ਮੈਂ ਫਿਰ ਵੀ ਕੋਸ਼ਿਸ਼ ਕਰਦਾ ਮੈਂ ਉੱਥੇ ਜੇ ਲੋੜ ਪਈ ਕੋਈ ਸਿਫਾਰਿਸ਼ ਕਰਨ ਦੀ। ਬਾਪੂ ਜੀ ਜਦੋਂ ਫਤਿਹਗੜ੍ਹ ਸਾਹਿਬ ਤੋਂ ਮੋਹਾਲੀ ਤੁਸੀਂ ਉਦੋਂ ਮਾਰਚ ਕੀਤਾ ਸੀਗਾ, ਉਦੋਂ ਮਿਲੇ ਸੀ, ਉਦੋਂ ਤੁਸੀਂ ਇਹ ਗੱਲ ਕਹੀ ਸੀਗੀ ਵੀ ਗਵਰਨਰ ਸਾਹਿਬ ਨੇ ਕਿਹਾ ਵੀ ਜਿਹੜੇ UT ਦੇ ਅੰਡਰ ਆਉਂਦੇ ਨੇ ਉਹਨਾਂ ਨੂੰ ਬਹੁਤ ਈਜ਼ੀਲੀ ਉਹ ਸਾਰੇ ਨੂੰ ਰਿਲੀਜ਼ ਕਰ ਸਕਦੇ ਨੇ। ਅੱਜ ਉਹ ਇਹ ਗੱਲ ਕਿਵੇਂ ਕਹਿ ਰਹੇ ਨੇ ਵੀ ਉਹ ਮੇਰੇ ਜੂਰਿਸਡਿਕਸ਼ਨ 'ਚ ਨਹੀਂ ਆ ਰਹੇ? ਦੇਖੋ, ਉਸ ਦਿਨ ਬਿਲਕੁਲ ਸਾਡੇ 2 ਨੁਮਾਇੰਦੇ ਐਡਵੋਕੇਟ ਅਮਰ ਸਿੰਘ ਚਾਹਲੇ ਖੜੇ ਹੈ, ਮੌਕੇ ਤੇ ਗਵਾਹ ਹੈ। ਦੀਪ ਸਿੱਧੂ ਜਿਹੜੇ ਚੜ੍ਹਾਈ ਕਰ ਗਏ, ਤੁਹਾਨੂੰ ਸਾਰਿਆਂ ਨੂੰ ਪਤਾ ਉਹਦੇ ਬਾਰੇ। ਇਹਨਾਂ ਦੀ ਦੋਆਂ ਦੀ ਗਵਰਨਰ ਸਾਹਿਬ ਨਾਲ ਗੱਲ ਹੋਈ ਸੀ। ਜਦੋਂ ਗਵਰਨਰ ਸਾਹਿਬ ਨੇ ਕਿਹਾ ਵੀ ਜਿਨ੍ਹਾਂ ਦੀ 25 ਸਾਲ ਤੋਂ ਉੱਪਰ ਸਜ਼ਾ ਬਣਦੀ ਹੈ ਮੈਂ ਉਹਨਾਂ ਦੀ ਰਿਹਾਈ ਜਲਦੀ ਕਰਾਵਾਂਗਾ। ਪਰ ਜਦੋਂ ਦੀਪ ਸਿੱਧੂ ਨੇ ਦੁਬਾਰੇ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਇਹ ਗੱਲ ਕਹੀ ਸੀ ਕਿ ਮੈਂ ਗਵਰਨਰ ਗੱਲ ਕਰ ਰਿਹਾ ਤੁਹਾਡੇ ਨਾਲ, ਜੋ ਮੈਂ ਗੱਲ ਕਰੀ ਹੈ ਉਸ ਨੂੰ ਪੂਰੀ ਕਰਾਵਾਂਗਾ। ਪਰ ਅੱਜ ਅਫਸੋਸ ਹੈ ਸਾਨੂੰ, ਉਹੀ ਗਵਰਨਰ ਸਾਹਿਬ ਸਾਨੂੰ ਕਹਿ ਰਹੇ ਹੈ ਵੀ ਮੇਰੇ ਅਧਿਕਾਰ ਖੇਤਰ 'ਚ ਨਹੀਂ। ਸਾਨੂੰ ਬੜਾ ਦੁੱਖ ਹੋਇਆ। ਦੇਖੋ, ਇਹ ਸਿੱਖਾਂ ਨਾਲ ਜਿਹੜਾ ਅਨਿਆਂ ਹੈ, ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਅਸੀਂ ਇਨਸਾਫ ਵਾਸਤੇ ਇੱਥੇ ਗਵਰਨਰ ਸਾਹਿਬ ਤੱਕ ਗੁਹਾਰ ਕੀਤੀ ਸੀ, ਪਰ ਅੱਜ ਨਿਰਾਸ਼ਾ ਪੱਲੇ ਪਈ ਹੈ। ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਮੈਂ ਰਿਕਮੈਂਡੇਸ਼ਨ ਕਰਕੇ ਭੇਜੀ ਹੈ, ਚਲੋ ਕੀ ਹੱਕ 'ਚ ਕਰੀ ਹੈ ਕੀ ਨਹੀਂ ਉੱਥੇ ਪਤਾ ਕਰਦੇ ਹਾਂ। ਇਹ ਜਿਹੜਾ ਸਾਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਪ੍ਰੋਗਰਾਮ ਹੈ, ਅਗਲੇ ਦਿਨਾਂ 'ਚ ਅਸੀਂ ਤਕੜਾ ਕੋਈ ਪ੍ਰੋਗਰਾਮ ਅਲੀਕ ਕੇ ਇਹ ਤੁਹਾਡੇ ਸਾਹਮਣੇ ਲਿਆਵਾਂਗੇ।